ਹੈਲੋ एवरीवन ਕੀ ਹਾਲ ਚਾਲ ਵਾ ਤੁਹਾਡਾ। ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਖੈਰੋ ਆਫੀਅਤ ਦੇ ਨਾਲ ਹੋਵੋਗੇ। ਮੈਂ ਆਪਣੇ ਫੇਸਬੁੱਕ ਤੇ YouTube ਚੈਨਲ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ। ਅੱਜ ਯਾਰ ਪਾਕਿਸਤਾਨ ਤੇ ਨਿਊਜ਼ੀਲੈਂਡ ਦੀ ਕ੍ਰਿਕਟ ਟੀਮਾਂ ਦੇ ਦਰਮਿਆਨ ਨਾ ਅੱਜ ਚੌਥਾ T20 ਮੈਚ ਹੋਣਾ ਵਾ। ਲੇਕਿਨ ਇਹ T20 ਮੈਚ ਜਿਹੜਾ ਵਾ ਕਜ਼ਾਫੀ ਸਟੇਡੀਅਮ ਲਾਹੌਰ ਦੇ ਵਿੱਚ ਹੋਣਾ ਵਾ। ਅੱਗੇ 3 ਮੈਚ ਜਿਹੜੇ ਸੀ T20 ਦੇ ਉਹ ਤੇ ਤੁਹਾਨੂੰ ਪਤਾ ਹੀ ਆ ਕਿ ਰਾਵਲਪਿੰਡੀ ਦੇ ਸਟੇਡੀਅਮ ਦੇ ਵਿੱਚ ਹੋਏ ਸੀ। ਲੇਕਿਨ ਹੁਣ ਜਿਹੜੇ ਆ ਬਾਕੀ 2 ਮੈਚ ਜਿਹੜੇ ਬਚੇ ਆ ਇਹ ਲਾਹੌਰ ਦੇ ਵਿੱਚ ਕਜ਼ਾਫੀ ਸਟੇਡੀਅਮ ਦੇ ਵਿੱਚ ਹੋਣੇ ਆ। ਹੁਣ ਇਹ ਵੇਖਦੇ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਕਜ਼ਾਫੀ ਸਟੇਡੀਅਮ ਦੇ ਵਿੱਚ ਆਪਣੇ ਇਹ ਜਿਹੜੇ ਬਕਾਇਆ 2 ਮੈਚ ਜਿਹੜੇ ਆ ਜਿੱਤ ਪਾਏਗੀ ਜਾਂ ਨਹੀਂ। ਖੈਰ ਯਾਰ ਪਾਕਿਸਤਾਨ ਕ੍ਰਿਕਟ ਟੀਮ ਨੂੰ ਜਿੱਤਣਾ ਤੇ ਚਾਹੀਦਾ ਵਾ ਕਿਉਂਕਿ ਇਹ ਜਿਹੜਾ ਹੋਮ ਗਰਾਊਂਡ ਵਾ ਪਾਕਿਸਤਾਨ ਕ੍ਰਿਕਟ ਟੀਮ ਦਾ। ਲੇਕਿਨ ਯਾਰ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਜਿਹੜੀ ਹੈ ਨਾ ਇਹ ਵੀ ਬਹੁਤ ਅੱਛੀ ਪਰਫਾਰਮੈਂਸ ਦੇ ਰਹੀ ਆ। ਇਹਦੇ ਖਿਲਾੜੀਆਂ ਨੇ ਵੇਖ ਲਓ ਕਿ ਪਹਿਲੇ T20 ਮੈਚ ਦੇ ਵਿੱਚ ਤੇ ਚਲੋ ਉਹ ਡਰਾ ਹੋ ਗਿਆ, ਲੇਕਿਨ ਦੂਸਰੇ T20 ਮੈਚ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਜਿੱਤ ਤੇ ਲਿਆ ਸੀ। ਲੇਕਿਨ ਤੀਸਰੇ T20 ਮੈਚ ਦੇ ਵਿੱਚ ਕਿੱਦਾਂ ਦਾ ਇਹਨਾਂ ਨੇ ਕਮਬੈਕ ਕੀਤਾ ਵੇਖ ਲਓ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ। ਕਿਸੇ ਨੂੰ ਯਕੀਨ ਨਹੀਂ ਆਇਆ ਕਿ ਤੀਸਰਾ T20 ਮੈਚ ਜਿਹੜਾ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਜਿੱਤ ਲਿਆ ਪਾਕਿਸਤਾਨ ਦੇ ਕੋਲੋਂ। ਹਾਲਾਂਕਿ ਪਾਕਿਸਤਾਨ ਦਾ ਹੋਮ ਗਰਾਊਂਡ ਵਾ, ਲੇਕਿਨ ਪਾਕਿਸਤਾਨ ਦੇ ਜਿਹੜੇ ਬੋਲਰ ਸੀ ਨਾ ਤੀਸਰੇ T20 ਮੈਚ ਦੇ ਵਿੱਚ ਨਾਕਾਮ ਹੀ ਰਹੇ ਸੀ। ਸ਼ਹੀਨ ਸ਼ਾਹ ਅਫਰੀਦੀ ਜਿਹੜੇ ਸੀ ਇਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਸੀ ਕਿ ਫੈਨਸ ਸ਼ਹੀਨ ਸ਼ਾਹ ਅਫਰੀਦੀ ਦੇ ਇਹ ਕਹਿ ਰਹੇ ਸੀ ਕਿ ਇਹ ਜਿਹੜੇ ਆ ਚੁੱਕੇ ਆ ਤੇ ਹੁਣ ਵੇਖੋ ਪਤਾ ਨਹੀਂ ਕੀ ਬਣਦਾ। ਲੇਕਿਨ ਯਾਰ ਤੀਸਰੇ T20 ਮੈਚ ਦੇ ਵਿੱਚ ਨਾ ਸ਼ਹੀਨ ਸ਼ਾਹ ਅਫਰੀਦੀ ਕੋਈ ਖਾਸ ਪਰਫਾਰਮੈਂਸ ਨਹੀਂ ਦੇ ਸਕੇ, ਕੋਈ ਵਿਕਟਾਂ ਨਹੀਂ ਨਿਕਾਲ ਸਕੇ। ਜਿਹੜੇ ਨਿਊਜ਼ੀਲੈਂਡ ਦੇ ਬੱਲੇਬਾਜ਼ ਸੀ ਨਾ ਉਹਨਾਂ ਨੇ ਬੜੀ ਆਸਾਨੀ ਦੇ ਨਾਲ ਮੁਹੰਮਦ ਆਮਰ ਤੇ ਆਪਣਾ ਸ਼ਹੀਨ ਸ਼ਾਹ ਅਫਰੀਦੀ ਨੂੰ ਫੇਸ ਕੀਤਾ ਸੀ, ਜਿਹਦੀ ਵਜ੍ਹਾ ਤੋਂ ਨਾ ਪਾਕਿਸਤਾਨ ਕ੍ਰਿਕਟ ਟੀਮ ਦੇ ਜਿਹੜੇ ਬੋਲਰ ਸੀ ਕੋਈ ਵਿਕਟਾਂ ਛੇਤੀ ਨਹੀਂ ਨਿਕਾਲ ਸਕੇ, ਜਿਹਦੀ ਵਜ੍ਹਾ ਤੋਂ ਨਿਊਜ਼ੀਲੈਂਡ ਦੇ ਜਿਹੜੇ ਹੈ ਸੀ ਬੱਲੇਬਾਜ਼ ਉਹਨਾਂ ਨੇ ਟਾਰਗੇਟ ਜਿਹੜਾ ਸੀ ਅਚੀਵ ਕਰ ਲਿਆ ਸੀ। ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਪਹਿਲੋਂ ਬੈਟਿੰਗ ਕੀਤੀ ਸੀ। ਇਤਫਾਕ ਦੀ ਗੱਲ ਇਹ ਆ ਕਿ ਆਪਣਾ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਾ ਆਪਣਾ ਟਾਸ ਜਿੱਤਿਆ ਸੀ ਤੇ ਟਾਸ ਜਿੱਤ ਕੇ ਨਾ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਕਿਹਾ ਸੀ ਕਿ ਤੁਸੀਂ ਪਹਿਲੋਂ ਬੈਟਿੰਗ ਕਰੋ। ਪਾਕਿਸਤਾਨ ਕ੍ਰਿਕਟ ਟੀਮ ਨੇ ਨਾ ਪਹਿਲੋਂ ਬੈਟਿੰਗ ਕਰਦੇ ਹੋਏ 178 ਸਕੋਰ ਬਣਾਏ ਸੀ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ 4 ਖਿਲਾੜੀ ਆਊਟ ਹੋਏ ਸੀ। ਲੇਕਿਨ ਯਾਰ ਬੜੀ ਹੈਰਾਨਗੀ ਦੀ ਗੱਲ ਆ ਕਿ ਸਾਈਮ ਅਯੂਬ ਜਿਹੜੇ ਆ ਉਹ ਕੋਈ ਖਾਸ ਪਰਫਾਰਮੈਂਸ ਨਹੀਂ ਦੇ ਪਾ ਰਹੇ ਜੋ ਕੁਝ ਉਹਨਾਂ ਕੋਲੋਂ ਉਮੀਦ ਕੀਤੀ ਜਾ ਰਹੀ ਆ। ਉਹਨਾਂ ਨੇ ਇਸ ਮੈਚ ਦੇ ਵਿੱਚ ਸਿਰਫ 32 ਸਕੋਰ ਬਣਾਏ ਸੀ ਤੇ ਬਾਬਰ ਆਜ਼ਮ ਜਿਹੜੇ ਆ ਕੈਪਟਨ ਆ ਪਾਕਿਸਤਾਨ ਕ੍ਰਿਕਟ ਟੀਮ ਦੇ ਉਹਨਾਂ ਨੇ 37 ਸਕੋਰ ਬਣਾਏ ਸੀ ਤੇ ਉਸਮਾਨ ਖਾਨ ਜਿਹੜੇ ਆ ਉਹਨਾਂ ਨੇ ਸਿਰਫ 5 ਸਕੋਰ ਬਣਾਏ। ਯਾਰ ਇਹ ਉਸਮਾਨ ਖਾਨ ਉਹੀ ਆ ਜਿਹਦਾ ਬਹੁਤ ਜ਼ਿਆਦਾ ਚਰਚਾ ਹੁੰਦਾ ਸੀ। ਮੁਤਹੱਦਾ ਅਰਬ ਅਮੀਰਾਤ ਦੀ ਟੀਮ ਦੀ ਤਰਫੋਂ ਨਾ ਉਸਮਾਨ ਖਾਨ ਜਿਹੜੇ ਖੇਡਦੇ ਹੁੰਦੇ ਸੀ। ਹਾਲਾਂਕਿ ਇਹ ਪਾਕਿਸਤਾਨੀ ਨੌਜਵਾਨ ਵਾ, ਲੇਕਿਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਾ ਪਹਿਲੋਂ ਇਹਨੂੰ ਮੌਕਾ ਨਹੀਂ ਦਿੱਤਾ ਸੀ, ਜਿਹਦੀ ਵਜ੍ਹਾ ਤੋਂ ਇਹ ਮਾਯੂਸ ਹੋ ਕੇ ਨਾ ਮੁਤਹੱਦਾ ਅਰਬ ਅਮੀਰਾਤ ਚਲਾ ਗਿਆ ਸੀ। ਉਹਨਾਂ ਦੀ ਟੀਮ ਦੀ ਤਰਫੋਂ ਖੇਡਦਾ ਹੁੰਦਾ ਸੀ ਤੇ ਪੂਰੀ ਦੁਨੀਆ ਦੇ ਵਿੱਚ ਨਾ ਇਹ ਖਿਲਾੜੀ ਜਿਹੜਾ ਲੀਗ ਕ੍ਰਿਕਟ ਵੀ ਖੇਡਦਾ ਹੁੰਦਾ ਸੀ। ਲੇਕਿਨ ਯਾਰ ਪਤਾ ਨਹੀਂ ਕੀ ਹੋਇਆ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਆ ਕੇ ਇਹ ਖਿਲਾੜੀ ਬਿਲਕੁਲ ਹੀ ਨਾਕਾਮ ਹੋ ਰਿਹਾ ਵਾ, ਕਿਉਂਕਿ ਇਸ ਤੋਂ ਪਹਿਲੇ ਜਿਹੜਾ ਮੈਚ ਹੋਇਆ ਉਹਦੇ ਵਿੱਚ ਵੀ ਇਹ ਫਲਾਪ ਰਿਹਾ। ਲੇਕਿਨ ਇਹ ਹੁਣ ਤੀਸਰੇ T20 ਮੈਚ ਦੇ ਵਿੱਚ ਵੀ ਸਿਰਫ 5 ਸਕੋਰ ਬਣਾ ਪਾਇਆ ਵਾ। ਹਾਲਾਂਕਿ ਬੜਾ ਅੱਛਾ ਖਿਲਾੜੀ ਆ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਵੀ ਮੁਲਤਾਨ ਸੁਲਤਾਨ ਸੀ ਜਿਹੜੀ ਉਸ ਟੀਮ ਦੀ ਤਰਫੋਂ ਇਹਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਸੀ। ਮੁਲਤਾਨ ਸੁਲਤਾਨ ਨੂੰ ਪਾਕਿਸਤਾਨ ਸੁਪਰ ਲੀਗ 9 ਦੇ ਫਾਈਨਲ ਦੇ ਵਿੱਚ ਪਹੁੰਚਾਉਣ ਵਾਸਤੇ ਨਾ ਉਸਮਾਨ ਖਾਨ ਨੇ ਬਹੁਤ ਉਮਦਾ ਬੈਟਿੰਗ ਕੀਤੀ ਸੀ, ਜਿਹਦੀ ਵਜ੍ਹਾ ਤੋਂ ਮੁਲਤਾਨ ਸੁਲਤਾਨ ਦੀ ਟੀਮ ਜਿਹੜੀ ਸੀ ਨਾ ਪਾਕਿਸਤਾਨ ਸੁਪਰ ਲੀਗ ਦੇ ਫਾਈਨਲ ਤੱਕ ਪਹੁੰਚੀ ਸੀ। ਤੇ ਇਹ ਖਿਲਾੜੀ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਕਿਸ ਤਰ੍ਹਾਂ ਆਇਆ, ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਇਹ ਖਿਲਾੜੀ ਤੇ ਮੁਤਹੱਦਾ ਅਰਬ ਅਮੀਰਾਤ ਦੀ ਟੀਮ ਦੀ ਤਰਫੋਂ ਖੇਡਦਾ ਹੁੰਦਾ ਸੀ। ਯਾਰ ਹੈ ਤੇ ਪਾਕਿਸਤਾਨੀ ਸੀ, ਲੇਕਿਨ ਪਾਕਿਸਤਾਨ ਦੇ ਇੱਕ ਬੋਲਰ ਸੀ ਵਕਾਰ ਯੂਨਸ, ਉਹਨਾਂ ਨੇ ਇਸ ਖਿਲਾੜੀ ਨੂੰ ਕਿਹਾ ਸੀ ਕਿ ਯਾਰ ਤੂੰ ਇੰਨਾ ਚੰਗਾ ਖਿਲਾੜੀ ਆ, ਤੂੰ ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲ, ਪਾਕਿਸਤਾਨ ਨੂੰ ਕੋਈ ਫਾਇਦਾ ਹੋਵੇ। ਤੇ ਇਸ ਖਿਲਾੜੀ ਨੇ ਬਾਅਦ 'ਚ ਨਾ ਰਜ਼ਾਮੰਦੀ ਇਜ਼ਹਾਰ ਕਰਤੀ ਸੀ। ਇਹ ਫਿਰ ਨਾ ਇਹਨੇ ਆਪਣਾ ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲਣਾ ਪਸੰਦ ਕੀਤਾ ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹਨੂੰ ਜਗ੍ਹਾ ਵੀ ਦਿੱਤੀ, ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਵੀ ਰਾਬਤੇ ਵਿੱਚ ਸੀ ਇਸ ਖਿਲਾੜੀ ਦੇ ਨਾਲ ਕਿ ਤੂੰ ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲ। ਤੇ ਇਸ ਵਜ੍ਹਾ ਤੋਂ ਇਹ ਖਿਲਾੜੀ ਉਸਮਾਨ ਖਾਨ ਜਿਹੜਾ ਸੀ ਨਾ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਆ ਗਿਆ ਸੀ, ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲਣ ਲੱਗ ਪਿਆ।
ਲੇਕਿਨ ਯਾਰ ਆਪਣੇ ਪਹਿਲੇ ਦੋਵਾਂ ਮੈਚਾਂ ਦੇ ਵਿੱਚ ਨਾ ਇਹ ਖਿਡਾਰੀ ਫਲਾਪ ਰਿਹਾ ਵਾ, ਕੋਈ ਖਾਸ ਪਰਫਾਰਮੈਂਸ ਨਹੀਂ ਦੇ ਪਾ ਰਿਹਾ ਜੋ ਕੁਝ ਆਪਾਂ ਇਹਦੇ ਕੋਲੋਂ ਉਮੀਦ ਕਰਦੇ ਹਾਂ। ਲੇਕਿਨ ਯਾਰ ਇੱਕ ਸ਼ਾਦਾਬ ਖਾਨ ਜਿਹੜੇ ਆ ਉਹਨਾਂ ਨੇ ਇਸ ਮੈਚ ਦੇ ਵਿੱਚ ਨਾ ਬੜੀ ਜ਼ਿੰਮੇਦਾਰੀ ਦੇ ਨਾਲ ਖੇਲਿਆ ਵਾ, 41 ਸਕੋਰ ਬਣਾਏ ਸੀ ਉਹਨਾਂ ਨੇ। ਤੇ ਬਾਕੀ ਖੈਰ ਇਫਤਖਾਰ ਅਹਿਮਦ ਸੀ, ਉਹਨਾਂ ਨੇ ਸਿਰਫ 2 ਸਕੋਰ ਬਣਾਏ ਸੀ। ਇਸ ਤਰ੍ਹਾਂ ਯਾਰ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਸੀ ਨਾ ਉਹਨਾਂ ਨੇ 178 ਸਕੋਰ ਬਣਾਏ ਸੀ ਤੇ 179 ਸਕੋਰਾਂ ਦਾ ਟਾਰਗੇਟ ਦਿੱਤਾ ਸੀ। ਲੇਕਿਨ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਾ ਬਹੁਤ ਉਮਦਾ ਬੈਟਿੰਗ ਕੀਤੀ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਟਾਰਗੇਟ ਜਿਹੜਾ ਸੀ ਨਾ 18ਵੇਂ ਓਵਰ ਦੇ ਵਿੱਚ ਹੀ ਅਚੀਵ ਕਰ ਲਿਆ ਸੀ। ਤੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਇਹ ਤੀਸਰਾ T20 ਮੈਚ ਜਿਹੜਾ ਸੀ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਹਰਾ ਦਿੱਤਾ ਸੀ। ਖੈਰ ਯਾਰ ਹੁਣ ਪਾਕਿਸਤਾਨ ਕ੍ਰਿਕਟ ਟੀਮ ਨੇ ਇੱਕ ਮੈਚ ਜਿੱਤਿਆ ਵਾ ਤੇ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਵੀ ਇੱਕ ਮੈਚ ਜਿੱਤਿਆ ਵਾ। ਤੇ ਹੁਣ ਵੇਖਦੇ ਹਾਂ ਕਿ ਚੌਥਾ T20 ਮੈਚ ਜਿਹੜਾ ਕਜ਼ਾਫੀ ਸਟੇਡੀਅਮ ਦੇ ਵਿੱਚ ਹੋਣਾ ਵਾ ਅੱਜ, ਜਿਹੜਾ 7:30 ਵਜੇ ਸ਼ਾਮ ਨੂੰ ਹੋਣਾ ਵਾ। ਹੁਣ ਵੇਖਦੇ ਹਾਂ ਕਿ ਪਾਕਿਸਤਾਨ ਕ੍ਰਿਕਟ ਟੀਮ ਜਿੱਤੇਗੀ ਜਾਂ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ। ਲੇਕਿਨ ਯਾਰ ਮੈਨੂੰ ਤਾਂ ਲੱਗਦਾ ਵਾ ਕਿ ਪਾਕਿਸਤਾਨ ਕ੍ਰਿਕਟ ਟੀਮ ਜਿੱਤੇਗੀ। ਖੈਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਚੌਥਾ T20 ਮੈਚ ਜਿੱਤੇਗੀ? ਇਸ ਸਵਾਲ ਦਾ ਜਵਾਬ ਤੁਸੀਂ ਨਾ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਵਾ।